ਵੈਲਕਮ ਬੈਕ ਟੂ ਆਲ ਮਾਈ ਵਿਊਅਰਸ। ਅੱਜ ਦਾ ਜਿਹੜਾ ਸੈਸ਼ਨ ਆ ਉਹ ਅਸੀਂ ਲੈਂਡ ਯੂਟਿਲਾਈਜੇਸ਼ਨ ਅਤੇ ਐਗਰੀਕਲਚਰ ਦਾ ਪਾਰਟ 3 ਲੈ ਕੇ ਆਏ ਹਾਂ, ਜਿਸ ਦੇ ਵਿੱਚ ਅੱਜ ਅਸੀਂ ਲੈਸਨ ਨੰਬਰ 5 ਜਿਹੜਾ ਜੋਗ੍ਰਾਫੀ ਪਾਰਟ ਦਾ ਅਸੀਂ ਸਟਾਰਟ ਕੀਤਾ ਹੋਇਆ ਸੀ ਕਲਾਸ 10th ਦਾ, ਉਹਨੂੰ ਅੱਜ ਅਸੀਂ ਕੰਪਲੀਟ ਕਰਾਂਗੇ। ਇਸ ਸੈਸ਼ਨ ਦੇ ਵਿੱਚ ਅਸੀਂ ਜਿਹੜੇ ਨੇ ਲੌਂਗ ਕੁਐਸਚਨ ਆਨਸਰ ਨੇ ਉਹ ਡਿਸਕਸ ਕਰਾਂਗੇ। ਪਹਿਲੇ ਦੋ ਪਾਰਟਸ ਦੇ ਵਿੱਚ ਫਸਟ ਪਾਰਟ ਦੇ ਵਿੱਚ ਅਸੀਂ ਚੈਪਟਰ ਦੀ ਡਿਸਕਸ਼ਨ ਪਲੱਸ ਵੈਰੀ ਸ਼ਾਰਟ ਕੁਐਸਚਨ ਆਨਸਰ ਕੀਤੇ ਸੀ, ਅਤੇ ਸੈਕਿੰਡ ਪਾਰਟ ਦੇ ਵਿੱਚ ਅਸੀਂ ਸ਼ਾਰਟ ਕੁਐਸਚਨ ਕੀਤੇ ਆ, ਅਤੇ ਲਾਸਟ ਸੈਸ਼ਨ ਜਿਹਦੇ ਵਿੱਚ ਅਸੀਂ ਲੌਂਗ ਕੁਐਸਚਨ ਆਨਸਰ ਬਾਰੇ ਡਿਸਕਸ ਕਰਾਂਗੇ। ਸਟਾਰਟ ਕਰਦੇ ਹਾਂ। ਦੇਖੋ ਲੌਂਗ ਕੁਐਸਚਨ ਆਨਸਰ। ਫਸਟ ਕੁਐਸਚਨ ਹੈਗਾ ਐਕਸਪਲੇਨ ਦੀ ਡਿਟੇਲ ਆਫ ਦੀਆਂ ਪ੍ਰੋਬਲਮਸ ਬੀਇੰਗ ਫੇਸਡ ਬਾਈ ਦੀਆਂ ਇੰਡੀਅਨ ਐਗਰੀਕਲਚਰ। ਭਾਰਤੀ ਖੇਤੀਬਾੜੀ ਦੇ ਵਿੱਚ ਜਿਹੜੀਆਂ ਮੁੱਖ ਸਮੱਸਿਆਵਾਂ ਕਿਹੜੀਆਂ ਨੇ ਉਹਦਾ ਅਸੀਂ ਵਰਣਨ ਕਰਨਾ ਵਾ, ਉਹਨੂੰ ਐਕਸਪਲੇਨ ਕਰਨਾ ਵਾ। ਦੇਖੋ ਮੇਨ ਪ੍ਰੋਬਲਮ ਸਾਡੇ ਐਗਰੀਕਲਚਰ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ ਨੇ। ਜਿਵੇਂ ਮੇਨ ਪ੍ਰੋਬਲਮ ਕੀ ਆ, ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆ ਇੰਡੀਆ ਦੇ ਵਿੱਚ ਉਹ ਹੈ ਪ੍ਰੈਸ਼ਰ ਆਫ ਪਾਪੂਲੇਸ਼ਨ ਔਨ ਲੈਂਡ। ਵੀ ਧਰਤੀ ਦੇ ਉੱਤੇ ਜਾਣੀ ਕਿ ਜਨਸੰਖਿਆ ਵਧਣ ਦੇ ਕਰਕੇ ਜਿਹੜੀ ਐਗਰੀਕਲਚਰ ਲੈਂਡ ਆ ਉਹਨੂੰ ਯੂਜ਼ ਕੀਤਾ ਜਾਂਦਾ ਫॉर ਰੈਜ਼ੀਡੈਂਸ਼ੀਅਲ ਪਰਪਸ। ਤਾਂ ਕਰਕੇ ਜਿਹੜੀ ਸਭ ਨੂੰ ਪਤਾ ਵਾ ਵੀ ਇੰਡੀਆ ਦੇ ਉੱਤੇ ਜਿਹੜੀ ਐਗਰੀਕਲਚਰ ਦੇ ਵਿੱਚ ਜਿਹੜੇ ਜ਼ਿਆਦਾਤਰ ਵਰਕਰ ਕਿੰਨੇ 65% ਜਿਹੜੇ ਵਰਕਰ ਨੇ ਉੱਥੇ ਵਰਕ ਕਰਦੇ ਆ ਅਤੇ ਉਹ ਤੋਂ ਆਪਣਾ ਖਾਣਾ ਅਰਜਿਤ ਕਰਦੇ ਆ, ਅਤੇ ਉਹਦੇ ਨਾਲ 29% ਜਿਹੜਾ ਵਾ ਨੈਸ਼ਨਲ ਇਨਕਮ ਦਾ ਉਹ ਐਗਰੀਕਲਚਰ ਹੀ ਕੰਟਰੀਬਿਊਟ ਕਰਦੀ ਹੈ ਇੰਡੀਆ ਦੇ ਵਿੱਚ। ਤਾਂ ਸਭ ਤੋਂ ਵੱਡੀ ਪ੍ਰੋਬਲਮ ਅਰਾਈਜ਼ ਹੋ ਰਹੀ ਹੈ, ਜਿਵੇਂ ਜਿਵੇਂ ਪਾਪੂਲੇਸ਼ਨ ਵੱਧਦੀ ਜਾ ਰਹੀ ਹੈ ਉਵੇਂ ਐਗਰੀਕਲਚਰ ਲੈਂਡ ਵੀ ਜਿਹੜੀ ਉਹ ਘਟਦੀ ਜਾ ਰਹੀ ਹੈ। ਸੈਕਿੰਡ ਜਿਹੜੀ ਮੇਨ ਸਭ ਤੋਂ ਵੱਡੀ ਪ੍ਰੋਬਲਮ ਆ ਉਹ ਹੈਗੀ ਆ ਅਨਇਕੁਅਲ ਡਿਸਟਰੀਬਿਊਸ਼ਨ ਆਫ ਦੀਆਂ ਲੈਂਡਸ। ਵੀ ਜਿਹੜੇ ਲੈਂਡ ਹੋਲਡਿੰਗ ਨੇ ਉਹ ਬਹੁਤ ਜ਼ਿਆਦਾ ਜਿਹੜੀ ਅਨਇਕੁਅਲ ਡਿਸਟਰੀਬਿਊਸ਼ਨ ਆ, ਕਈਆਂ ਕੋਲ ਬਹੁਤ ਜ਼ਿਆਦਾ ਜਨਸੰਖਿਆ ਦੇ ਵਿੱਚ ਜਾਣੀ ਕਿ ਜਿਹੜੇ ਬਿਗੇਸਟ ਫਾਰਮਰਸ ਨੇ ਉਹਨਾਂ ਕੋਲ ਜਿਹੜੀ ਲੈਂਡ ਆ ਉਹ ਜ਼ਿਆਦਾ ਵਾ, ਬਟ ਜਿਹੜੇ ਸਾਡੇ ਕੋਲ ਜ਼ਿਆਦਾਤਰ ਜਿਹੜੇ ਲੋਕ ਨੇ ਜਾਂ ਜ਼ਿਆਦਾਤਰ ਜਿਹੜੇ ਕਿਸਾਨ ਨੇ ਉਹਨਾਂ ਕੋਲ ਸਮਾਲ ਹੋਲਡਿੰਗ ਆ, ਜਾਣੀ ਕਿ ਥੋੜ੍ਹੀਆਂ ਜ਼ਮੀਨਾਂ ਨੇ, ਜਿਹਦੇ ਕਰਕੇ ਉਹ ਇਕਨੋਮਿਕਲੀ ਅਤੇ ਵਧੀਆ ਢੰਗ ਨਾਲ ਖੇਤੀ ਨਹੀਂ ਕਰ ਪਾ ਰਹੇ। ਦੂਸਰਾ ਹੈ ਜਿਹੜੇ ਅੰਡਰ ਫੋਰੈਸਟ ਦਾ ਏਰੀਆ ਜਿਹੜਾ ਵਾ ਉਹ ਵੀ ਘਟਦਾ ਜਾ ਰਿਹਾ, ਜਿਹਦੇ ਕਰਕੇ ਜਿਹੜੀ ਸੋਇਲ ਏਰੇਸ਼ਨ ਆ ਜਾਣੀ ਕਿ ਭੂ-ਖੋਰ ਜਿਹੜਾ ਵਾ ਉਹ ਵੀ ਵੱਧਦਾ ਜਾ ਰਿਹਾ ਵਾ। ਆ ਦਿਖਾਈ ਜਾ ਰਹੀ ਆ ਏਰੀਆ ਆਫ ਲੈਂਡ। ਦੈਨ ਉਸ ਤੋਂ ਬਾਅਦ ਹੈ ਮੋਸਟ ਆਫ ਦੀ ਪੀਪਲ ਜਿਹੜੇ ਸਾਡੇ ਫਾਰਮਰਸ ਨੇ ਉਹ ਕੀ ਨੇ, ਇਲਟਰੇਟ ਨੇ, ਅਨਪੜ੍ਹ ਨੇ, ਜਿਹਦੇ ਕਰਕੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਕਿਹੜੀ ਕ੍ਰੌਪਸ ਜਿਹੜੀ ਆ ਉਹਨੂੰ ਲਗਾਉਣੀ ਚਾਹੀਦੀ ਹੈ, ਕਿਹੜੀ ਰੋਟੇਟ ਕਰਨੀ ਚਾਹੀਦੀ ਹੈ, ਨੈਚੁਰਲ ਫਰਟੀਲਿਟੀ ਨੂੰ ਕਿਵੇਂ ਵਧਾਇਆ ਜਾ ਸਕਦਾ, ਕਿਵੇਂ ਘਟਾਇਆ ਜਾ ਸਕਦਾ, ਇਹ ਕਿਸੇ ਚੀਜ਼ਾਂ ਬਾਰੇ ਨੌਲੇਜ ਨਹੀਂ। ਤਾਂ ਕਰਕੇ ਸਾਡੀ ਜਿਹੜੀ ਐਗਰੀਕਲਚਰ ਆ ਉਹ ਸਫਰ ਕਰ ਰਹੀ ਹੈ। ਉਸ ਤੋਂ ਬਾਅਦ ਇਮੀਗ੍ਰੇਸ਼ਨ, ਵੀ ਜਿਹੜਾ ਸਾਡਾ ਸਿੰਜਾਈ ਦੇ ਸਾਧਨ ਨੇ ਉਹ ਸਭ ਤੋਂ ਵੱਡੀ ਪ੍ਰੋਬਲਮ ਆ ਇੰਡੀਆ ਦੇ ਵਿੱਚ। ਜ਼ਿਆਦਾਤਰ ਜਿਹੜੇ ਇੰਡੀਅਨ ਲੋਕਸ ਨੇ ਹਲੇ ਵੀ ਜਿਹੜੇ ਨੇ ਉਹ ਕਿਹਦੇ ਨੇ, ਰੇਨਫਾਲ ਦੇ ਉੱਤੇ ਹੀ ਬਿਲੀਵ ਕਰਦੇ ਆ। ਜੇਕਰ ਰੇਨਫਾਲ ਹੋ ਜਾਵੇ ਤਾਂ ਉੱਥੇ ਜ਼ਿਆਦਾ ਜਿਹੜੇ ਖੇਤੀ ਜਿਹੜੀ ਉਹ ਜ਼ਿਆਦਾ ਵਧੀਆ ਢੰਗ ਨਾਲ ਕੀਤੀ ਜਾ ਸਕਦੀ ਆ। ਹੁਣ ਜ਼ਿਆਦਾਤਰ ਇਮੀਗ੍ਰੇਸ਼ਨ ਦੀ ਜਿਹੜੀ ਐਕਸਟੈਂਸ਼ਨ ਆ ਉਹ ਰਾਜਸਥਾਨ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਅਤੇ ਕਰਨਾਟਕਾ ਇਹੋ ਜਿਹਿਆਂ ਦੀ ਜ਼ਰੂਰਤ ਆ, ਬਟ ਉੱਥੇ ਕੀ ਆ ਪਾਣੀ ਦੀ ਬਹੁਤ ਘਾਟ ਹੋਣ ਕਰਕੇ ਫਸਲਾਂ ਜਿਹੜੀਆਂ ਨੇ ਉਹ ਘੱਟ ਬੀਜੀਆਂ ਜਾ ਸਕਦੀਆਂ ਨੇ। ਬਟ ਜਿਵੇਂ ਪੰਜਾਬ ਆ, ਪੰਜਾਬ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਉਹ ਕਾਫੀ ਉੱਚਾ ਵਾ, ਤਾਂ ਕਰਕੇ ਇੱਥੇ ਵਧੀਆ ਢੰਗ ਨਾਲ ਖੇਤੀ ਕੀਤੀ ਜਾ ਸਕਦੀ ਹੈ। ਉਸ ਤੋਂ ਬਾਅਦ ਹੈ ਕੈਪੀਟਲ ਇਨਵੈਸਟਮੈਂਟ ਇਨ ਐਗਰੀਕਲਚਰ, ਵੀ ਜਿਹੜੀ ਉਹ ਘਟਦੀ ਜਾ ਰਹੀ ਹੈ। ਜੇਕਰ ਅਸੀਂ ਦੇਖੀਏ 1981 ਦੇ ਵਿੱਚ ਜਿਹੜੀ ਇਨਵੈਸਟਮੈਂਟ ਸੀਗੀ ਉਹ ਕੈਪੀਟਲ ਦੀ 1769 ਕਰੋੜ ਸੀ, ਬਟ ਹੁਣ ਜਿਹੜੀ ਆ 1991 ਦੇ ਵਿੱਚ ਕੀ ਬਣ ਚੁੱਕੀ ਆ, 100 ਕਰੋੜ ਹੀ ਰਹਿ ਗਈ ਆ। ਤਾਂ ਇਹ ਤੋਂ ਪਤਾ ਲੱਗ ਰਿਹਾ ਵੀ ਹੁਣ ਜਿਹੜੀ ਗੌਰਮੈਂਟ ਆ ਉਹ ਐਗਰੀਕਲਚਰ ਸੈਕਟਰ ਦੇ ਵਿੱਚ ਜਿਹੜੀ ਡਿਵੈਲਪਮੈਂਟ ਆ ਉਹ ਕਰਨ ਬਾਰੇ ਨਹੀਂ ਸੋਚ ਰਹੀ। ਉਸ ਤੋਂ ਬਾਅਦ ਹੈ ਮਾਰਜਨਲ ਜਿਹੜੀ ਡਿਵੈਲਪਮੈਂਟ ਆ ਉਹ ਕੀ ਆ, ਉਹ ਇੰਨੀ ਜ਼ਿਆਦਾ ਵਧੀਆ ਨਹੀਂ ਹੋ ਰਹੀ, ਅਤੇ ਸਾਡੇ ਕੋਲ ਜਿਹੜੇ ਵਧੀਆ ਕੁਆਲਿਟੀ ਦੇ ਜਿਹੜੇ ਸੀਡ ਨੇ ਉਹ ਸਿਰਫ ਥੋੜ੍ਹੇ ਜਿਹੇ ਲੋਕਾਂ ਨੂੰ ਮਿਲ ਰਹੇ ਆ, ਬਾਕੀ ਜਿਹੜੇ ਲੋਕ ਨੇ ਉਹ ਹਲੇ ਵੀ ਸਫਰ ਕਰ ਰਹੇ ਨੇ। ਡਿਵਰਸੀਫਿਕੇਸ਼ਨ ਆਫ ਕ੍ਰੌਪਸ ਅਤੇ ਸਲੋ ਗਰੋਥ ਹੈ ਜਿਹੜੀ ਉਸ ਤੋਂ ਵੱਡੀ ਪ੍ਰੋਬਲਮ ਆ ਐਗਰੀਕਲਚਰ ਦੀ, ਜਿਹਦੇ ਕਰਕੇ ਜਿਹੜਾ ਫਾਰਮਰ ਆ ਉਹ ਹੋਰ ਜ਼ਿਆਦਾ ਗਰੀਬ ਹੁੰਦਾ ਜਾ ਰਿਹਾ। ਇਨਫੈਕਟ ਜਿਹੜੀ ਗੌਰਮੈਂਟ ਆ ਉਹਨੇ ਕਈ ਸਟ੍ਰਿਕਟ ਐਕਸ਼ਨ ਚੱਕਿਆ ਜਿਹਦੇ ਨਾਲ ਐਗਰੀਕਲਚਰ ਨੂੰ ਕੰਟਰੋਲ ਕੀਤਾ ਜਾਵੇ, ਅਤੇ ਇਸ ਚੀਜ਼ ਨੂੰ ਜਿਹੜਾ ਪ੍ਰਾਈਸ ਆ ਉਹਨੂੰ ਵੀ ਠੀਕ ਰੱਖਿਆ ਜਾਵੇ। ਅਤੇ ਇਹ ਕੁਝ ਕੁ ਫੈਸਿਲਿਟੀਆਂ ਜਿਹੜੇ ਫਾਰਮਰਸ ਨੇ, ਇਹ ਫੈਸਿਲਿਟੀਆਂ ਜਿਹੜੀਆਂ ਨੇ ਸਿਰਫ ਇੰਡਸਟਰੀ ਨੂੰ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ, ਐਗਰੀਕਲਚਰ ਨੂੰ ਨਹੀਂ, ਤਾਂ ਕਰਕੇ ਫਾਰਮਰ ਜਿਹੜੇ ਨੇ ਉਹ ਹੋਰ ਵੀ ਜ਼ਿਆਦਾ ਸਫਰ ਕਰ ਰਹੇ ਨੇ। ਉਸ ਤੋਂ ਬਾਅਦ ਹੈ ਡਿਸਕਸ ਰਿਲੇਟਡ ਟੂ ਦੀਆਂ ਫੂਡ ਬਜਟ ਆਫ ਇੰਡੀਆ। ਇੰਡੀਆ ਦੇ ਵਿੱਚ ਜਿਹੜਾ ਵਾ ਖਾਦ ਬਜਟ ਜਿਹੜਾ ਵਾ ਉਹ ਬਣਾਇਆ ਜਾਂਦਾ ਵਾ, ਉਹਦਾ ਕੀ ਫਾਇਦੇ ਨੇ। ਦੇਖੋ ਇੰਡੀਆ ਦੇ ਵਿੱਚ ਜਿਹੜਾ ਫੂਡ ਬਜਟ ਆ ਉਹ ਬਣਾਇਆ ਜਾਂਦਾ ਵਾ 2001 ਦੇ ਵਿੱਚ ਜਿਹੜਾ ਇੰਡੀਆ ਦੀ ਪਾਪੂਲੇਸ਼ਨ ਸੀ ਉਹ 1007 ਮਿਲੀਅਨ ਸੀਗੀ, ਅਤੇ 3 ਟਾਈਮਸ ਸੀ ਪਾਪੂਲੇਸ਼ਨ ਦਾ ਜਿਹੜਾ ਕਿ ਇੰਡੀਆ ਦੇ ਵਿੱਚ ਸੀਗੀ ਇੰਡੀਪੈਂਡੈਂਸ ਤੋਂ ਬਾਅਦ। ਅਤੇ ਇੰਡੀਆ ਦੀ ਜਿਹੜੀ ਪਾਪੂਲੇਸ਼ਨ ਸੀ ਉਹ ਡਬਲ ਹੋ ਗਈ, ਕਦੋਂ ਹੋ ਗਈ ਸੀ, 35 ਸਾਲ ਦੇ ਵਿੱਚ ਹੀ। ਤਾਂ ਜਿਸ ਕਰਕੇ ਜਿਹੜਾ ਵਾ ਹਾਫ ਆਫ ਸੈਂਚੁਰੀ ਦੇ ਵਿੱਚ ਜਿਹੜੀ ਪਾਪੂਲੇਸ਼ਨ ਸੀ ਉਹ ਕਿੰਨੀ ਹੋ ਗਈ, 160-170 ਕਰੋੜ। ਤਾਂ ਕਰਕੇ ਜਿਹੜੀ ਆ ਹੁਣ ਲੱਗ ਰਿਹਾ ਵੀ ਜਿਵੇਂ ਜਿਵੇਂ ਪਾਪੂਲੇਸ਼ਨ ਵੱਧਦੀ ਜਾ ਰਹੀ ਹੈ ਕਾਫੀ ਹੋਰ ਵੀ ਜ਼ਿਆਦਾ ਵੱਧਦਾ ਹੋਊਗਾ, ਅਤੇ ਇਹਦੇ ਨਾਲ ਜਿਹੜਾ 40 ਕਰੋੜ ਟਨ ਜਿਹੜਾ ਸੀਗਾ ਸਿਰਫ ਫੂਡ ਗ੍ਰੇਨ ਹੁੰਦਾ ਸੀ, ਜਿਹੜੇ ਸਾਨੂੰ ਨੀਡ ਹੁੰਦੀ ਸੀ ਪਹਿਲਾਂ, ਬਟ ਹੌਲੀ ਹੌਲੀ ਇਹਦੀ ਜਿਹੜੀ ਨੀਡਸ ਆ ਉਹ ਵਧਣੀਆਂ ਸ਼ੁਰੂ ਹੋ ਗਈਆਂ, ਤਾਂ ਡਿਫੀਕਲਟੀ ਕ੍ਰੀਏਟ ਹੋਣ ਲੱਗੀ। ਤਾਂ ਗੌਰਮੈਂਟ ਨੇ ਇੱਕ ਬਜਟ ਬਣਾਉਣਾ ਸ਼ੁਰੂ ਕੀਤਾ, ਜਿਹਦੇ ਨਾਲ ਉਹ ਜਿਹੜੇ ਫੂਡ ਬਜਟ ਬਣਾਇਆ ਤਾਂ ਜੋ ਕੀ ਹੈ ਸਾਰੇ ਲੋਕਾਂ ਨੂੰ ਪ੍ਰੋਪਰ ਜਿਹੜੇ ਆ ਖਾਣ ਪੀਣ ਦੇ ਲਈ ਚੀਜ਼ਾਂ ਪ੍ਰੋਵਾਈਡ ਕੀਤੀਆਂ ਜਾਣ। ਬਟ ਜਿਹੜੀ ਸਾਡੀ ਕਲਟੀਵੇਟਡ ਲੈਂਡ ਆ ਉਹ ਜੋ ਦੇਖੀ ਜਾਵੇ ਉਵੇਂ ਹੌਲੀ ਹੌਲੀ ਘਟਦਾ ਜਾ ਰਿਹਾ। ਜਿਵੇਂ ਅਸੀਂ ਪ੍ਰੀਵੀਅਸ ਕੁਐਸਚਨ ਦੇ ਵਿੱਚ ਕੀਤਾ, ਪਾਪੂਲੇਸ਼ਨ ਵੱਧਦੀ ਜਾ ਰਹੀ ਆ ਅਤੇ ਐਗਰੀਕਲਚਰ ਪ੍ਰੋਡਕਸ਼ਨ ਜਿਹੜੀ ਆ ਉਹ ਘਟਦੀ ਜਾ ਰਹੀ ਹੈ, ਸਾਨੂੰ ਇੰਪੋਰਟ ਕਰਨਾ ਪੈ ਰਿਹਾ ਬਾਹਰੋਂ,
ਤੇ ਸਾਡੇ ਜਿਹੜੇ ਫੂਡ ਦੀ ਜਿਹੜੀ ਸ਼ਾਰਟੇਜ ਆ ਉਹ ਇਨਕਰੀਜ਼ ਹੋ ਰਹੀ ਆ ਤੇ ਅਸੀਂ ਆਪਣੀ ਡਿਮਾਂਡ ਨੂੰ ਪੂਰੀ ਨਹੀਂ ਕਰ ਪਾ ਰਹੇ, ਤਾਂ ਕਰਕੇ ਜਿਹੜੀ ਗਰੀਬੀ ਆ ਉਹ ਹੋਰ ਜ਼ਿਆਦਾ ਗਰੀਬ ਹੋਈ ਜਾਂਦੇ ਆ ਤੇ ਅਮੀਰ ਜਿਹੜੇ ਨੇ ਹੋਰ ਵੀ ਜ਼ਿਆਦਾ ਅਮੀਰ ਹੁੰਦੇ ਜਾ ਰਹੇ ਨੇ। ਤਾਂ ਕਰਕੇ ਇੰਡੀਆ ਨੂੰ ਅੱਜ ਦੀ ਵੀ ਡੇਟ ਦੇ ਵਿੱਚ ਲਾਰਜ ਕੁਆਂਟਿਟੀ ਆਫ ਫੂਡ ਗ੍ਰੇਨ ਦੀ ਲੋੜ ਪੈ ਰਹੀ ਆ। ਇਹ ਹੈ ਐਗਰੀਕਲਚਰ ਏਰੀਆ ਇਨ ਪੰਜਾਬ ਦੇ ਵਿੱਚ ਦੱਸਿਆ ਗਿਆ। ਨੈਕਸਟ ਦੇਖੋ, ਰਾਈਟ ਦੀ ਆ ਐਕਸਪਲੇਨੇਟਰੀ ਐਸੇ ਔਨ ਟੂ ਦੀ ਗ੍ਰੀਨ ਰੈਵੋਲੂਸ਼ਨ ਆਫ ਇੰਡੀਆ। ਸਭ ਨੂੰ ਪਤਾ ਵੀ ਜਿਹੜੀ ਹਰੀ ਕ੍ਰਾਂਤੀ ਆ ਉਹ ਇੰਡੀਆ ਦੇ ਵਿੱਚ ਕੀ ਮੱਦੇਨਜ਼ਰ ਜਾਂ ਕੀ ਚੀਜ਼ਾਂ ਲੈ ਕੇ ਆਈਆਂ ਉਹ ਸਭ ਨੂੰ ਪਤਾ ਹੀ ਆ। ਗ੍ਰੀਨ ਰੈਵੋਲੂਸ਼ਨ ਜਿਹੜੀ ਸੀ ਇੱਕ ਬਹੁਤ ਵਧੀਆ ਸਟ੍ਰੈਟਜੀ ਸੀ ਜਿਹਦੇ ਨਾਲ ਫੂਡ ਗ੍ਰੇਨ ਦੇ ਵਿੱਚ ਇੱਕਦਮ ਬਹੁਤ ਜ਼ਿਆਦਾ ਇਨਕਰੀਜ਼ ਹੋਇਆ ਤੇ ਇਹਦੇ ਵਿੱਚ ਉਹਨਾਂ ਨੇ ਕਈ ਟੈਕਨੋਲੋਜੀ ਤੇ ਨਿਊ ਮੈਥਡ ਨੂੰ ਲੈ ਕੇ ਆਂਦਾ ਤੇ ਇਸ ਕਰਕੇ ਇਹਦਾ ਨਾਮ ਰੱਖਿਆ ਗਿਆ ਹਰੀ ਕ੍ਰਾਂਤੀ ਜਾਂ ਗ੍ਰੀਨ ਰੈਵੋਲੂਸ਼ਨ। ਇਸ ਦੇ ਵਿੱਚ ਯੂਜ਼ ਕੀਤੇ ਗਏ ਬੈਟਰ ਕੁਆਲਿਟੀ ਦੇ ਜਿਹੜੇ ਸੀਡਸ ਸੀ, ਹਾਈ ਯਾਰਡ ਵੈਰਾਈਟੀਜ਼ ਯੂਜ਼ ਕੀਤੀਆਂ ਗਈਆਂ, ਕੈਮੀਕਲ ਫਰਟੀਲਾਈਜ਼ਰ ਤੇ ਐਗਰੀਕਲਚਰ ਜਿਹੜੇ ਮਸ਼ੀਨਰੀਜ਼ ਨੇ ਉਹਨਾਂ ਨੂੰ ਯੂਜ਼ ਕਰਕੇ ਜਿਹੜੀ ਆ ਖੇਤੀ ਕੀਤੀ ਗਈ ਤੇ ਇਸ ਦੇ ਨਾਲ ਜਿਹੜੀ ਮਾਡਰਨਾਈਜੇਸ਼ਨ ਐਗਰੀਕਲਚਰ ਹੋਈ ਇੰਡੀਆ ਦੇ ਵਿੱਚ ਤੇ ਟ੍ਰੈਡੀਸ਼ਨਲ ਜਿਹੜੀ ਐਗਰੀਕਲਚਰ ਸੀ ਉਹਨੂੰ ਪਿੱਛੇ ਛੱਡਿਆ ਗਿਆ। ਤੇ ਜ਼ਿਆਦਾਤਰ ਜਦੋਂ ਅਸੀਂ ਇੰਡੀਆ ਦੇ ਵਿੱਚ ਦੇਖਦੇ ਸੀ ਫੂਡ ਦੀ ਜਿਹੜੀ ਸ਼ਾਰਟੇਜ ਹੋ ਰਹੀ ਸੀ, ਇੰਪੋਰਟ ਕੀਤਾ ਜਾਂਦਾ ਸੀ ਫੂਡ ਬਾਹਰ ਤੋਂ। ਬਟ 1961 7 ਡਿਸਟ੍ਰਿਕਟ ਜਿਹੜੇ ਇਹੋ ਜਿਹੇ ਸਿਲੈਕਟ ਕੀਤੇ ਗਏ ਜਿਹਦੇ ਵਿੱਚ ਇਹ ਗ੍ਰੀਨ ਰੈਵੋਲੂਸ਼ਨ ਕੀਤੀ ਗਈ। ਪੰਜਾਬ ਦੇ ਵਿੱਚ ਜਿਹੜਾ ਲੁਧਿਆਣਾ ਸੀਗਾ ਉਹਦੇ ਵਿੱਚ ਵੀ ਇੱਕ ਇਹ ਡਿਸਟ੍ਰਿਕਟ ਚੂਜ਼ ਕੀਤਾ ਗਿਆ। ਆਫਟਰ ਦੈਟ ਇਹਦੇ ਵਿੱਚ ਬਹੁਤ ਜ਼ਿਆਦਾ ਇਫੈਕਟ ਹੋਇਆ ਪੰਜਾਬ ਦੇ ਵਿੱਚ ਤੇ ਪੰਜਾਬ ਜਿਹੜਾ ਸੀਗਾ ਉਹ ਜਿਹੜਾ ਸੀ ਬ੍ਰੈਡ ਬਾਸਕਟ ਬਣ ਚੁੱਕਿਆ ਸੀ, ਜਾਣੀ ਕਿ ਭੋਜਨ ਦਾ ਇੱਕ ਕਟੋਰੀ ਜਾਂ ਕਹਿ ਦਿਓ ਵੀ ਇੱਕ ਟੋਕਰਾ ਬਣ ਚੁੱਕਿਆ ਸੀਗਾ। ਉੱਥੇ ਯਾਰਡ ਪਰ ਹੈਕਟੇਅਰ ਜਿਹੜੀ ਬੀਟ ਦੀ ਸੀ ਉਹ ਸਭ ਤੋਂ ਜ਼ਿਆਦਾ ਰਾਈਜ਼ ਹੋਈ, 3531 ਕਿਲੋ ਬਣ ਚੁੱਕੀ ਸੀ। 1985-86 ਦੇ ਵਿੱਚ ਇੰਡੀਆ ਜਿਹੜਾ ਸੀ 2132 ਕਰੋੜ ਜਿਹੜਾ ਸੀਗਾ ਫੂਡ ਗ੍ਰੇਨ ਬਣਾ ਸਕਿਆ। ਇਹ ਸਿਰਫ ਕਿਹਦੇ ਕਰਕੇ ਹੋਇਆ? ਗ੍ਰੀਨ ਰੈਵੋਲੂਸ਼ਨ ਦੇ ਕਰਕੇ ਹੀ ਹੋਇਆ ਤੇ ਪ੍ਰੋਡਕਸ਼ਨ ਜਿਹੜੀ ਹੈ ਸਾਡੀ ਵੱਧਦੀ ਗਈ, ਚਾਹੇ ਸਾਡੇ ਕੋਲ ਲੈਂਡ ਉਸ ਸਮੇਂ ਘੱਟ ਸੀਗੀ। ਉਸ ਤੋਂ ਬਾਅਦ ਹੈ ਐਕਸਪਲੇਨ ਦੀ ਡਿਟੇਲ ਇਨ ਦੀ ਕਲਟੀਵੇਸ਼ਨ ਆਫ ਦੀ ਪੈਡਲ ਇਨ ਦੀ ਇੰਡੀਆ। ਹੁਣ ਇੰਡੀਆ ਦੇ ਵਿੱਚ ਜਿਹੜੇ ਖਾਦ ਅਨਾਜ ਦੀਆਂ ਜਿਹੜੀਆਂ ਚੀਜ਼ਾਂ ਨੇ, ਠੀਕ ਹੈ ਜੀ, ਤਾਂ ਉਹਨਾਂ ਦੇ ਬਾਰੇ ਤੁਸੀਂ ਦੱਸਣਾ ਵਾ ਵੀ ਉਹਨਾਂ ਨੂੰ ਕੀ ਕਿਹਾ ਜਾਂਦਾ ਜਾਂ ਝੋਨੇ ਦੀ ਫਸਲ ਜਾਂ ਹੋਰ ਜਿਹੜੀ ਖੇਤੀ ਕੀਤੀ ਜਾਂਦੀ ਉਹਦੇ ਬਾਰੇ ਤੁਸੀਂ ਐਕਸਪਲੇਨ ਕਰਨਾ। ਦੇਖੋ ਰਾਈਸ ਇੰਡੀਆ ਦੇ ਵਿੱਚ ਜ਼ਿਆਦਾਤਰ ਐਗਰੀਕਲਚਰ ਜਿਹੜੀ ਆ ਉਹ ਰਾਈਸ ਦੀ ਕੀਤੀ ਜਾਂਦੀ ਹੈ। ਇਹਦੇ ਵਿੱਚ ਜਿਹੜਾ ਖਾਣੇ ਦਾ ਸਾਡਾ 2/3 ਪਾਰਟ ਜਿਹੜੀ ਪਾਪੂਲੇਸ਼ਨ ਹੈ ਇੰਡੀਆ ਦੀ ਉਹ ਜ਼ਿਆਦਾਤਰ ਰਾਈਸ ਦੇ ਉੱਤੇ ਡਿਪੈਂਡੈਂਟ ਆ। ਇਹਦੇ ਵਿੱਚ ਜਿਹੜਾ ਸੂਟੇਬਲ ਜੋਗ੍ਰਾਫੀਕਲ ਇਨਵਾਇਰਮੈਂਟ ਆ ਉਹਦੇ ਉੱਤੇ ਕਲਟੀਵੇਟ ਕੀਤਾ ਜਾਂਦਾ ਤੇ ਇਹਦੇ ਵਿੱਚ ਜਿਹੜੀ ਪ੍ਰੋਡਕਸ਼ਨ ਆ ਤੇ ਟ੍ਰੇਡ ਜਿਹੜਾ ਵਾ ਉਹ ਹੇਠ ਲਿਖਿਆ ਡਿਸਕ੍ਰਾਈਬ ਕੀਤਾ ਗਿਆ ਵਾ। ਆ ਦਿਖਾਈ ਗਈ ਆ ਡਿਵੈਲਪਮੈਂਟ ਦਿਖਾਈ ਗਈ ਆ ਐਗਰੀਕਲਚਰ ਦੇ ਵਿੱਚ ਫਾਰਮਰਸ ਦੀ, ਵੀਟ ਦਾ ਏਰੀਆ, ਜੋਗ੍ਰਾਫੀਕਲ ਕੰਡੀਸ਼ਨ ਦਿਖਾਈ ਗਈ ਆ ਜਿਹੜੀ ਜੋਗ੍ਰਾਫੀ ਕੰਡੀਸ਼ਨ ਜਿਹੜੀਆਂ ਚਾਹੀਦੀਆਂ ਜਿਹਦੇ ਨਾਲ ਜਿਹੜੀ ਰਾਈਸ ਦੀ ਆ ਉਹ ਪ੍ਰੋਡਕਸ਼ਨ ਵਧੀਆ ਹੋ ਸਕਦੀ ਆ। ਫਸਟ ਹੈਗਾ ਵੀ ਰਾਈਸ ਦੀ ਪ੍ਰੋਡਕਸ਼ਨ ਦੇ ਲਈ ਮੋਇਸਚਰ ਟੌਪੀਕਲ ਰੀਜਨ ਚਾਹੀਦਾ ਵੀ ਜਿੱਥੇ ਕੀ ਆ ਨਮੀ ਜੀ ਬਣੀ ਹੋਵੇ ਜਾਂ ਮੌਨਸੂਨ ਆਉਂਦਾ ਹੋਵੇ ਤਾਂ ਉੱਥੇ ਸਭ ਤੋਂ ਵਧੀਆ ਹੋਵੇ ਤੇ ਹਾਈ ਟੈਂਪਰੇਚਰ ਵੀ ਚਾਹੀਦਾ, ਗਰਮੀ ਵੀ ਚਾਹੀਦੀ ਆ। ਇੱਥੇ ਜਿਹੜਾ ਟੈਂਪਰੇਚਰ ਆ ਉਹ 25 ਡਿਗਰੀ ਤੋਂ ਵੱਧ ਨਹੀਂ ਹੋਣਾ ਚਾਹੀਦਾ ਤੇ ਇੱਥੇ ਹਾਰਵੈਸਟਰੀ ਜਿਹੜੀ ਆ ਉਹ ਟਾਈਮ ਟੂ ਟਾਈਮ ਹੋਣੀ ਚਾਹੀਦੀ ਹੈ ਤੇ ਟੈਂਪਰੇਚਰ ਸ਼ੁੱਡ ਵੀ ਹਾਈ, ਬਹੁਤ ਜ਼ਿਆਦਾ ਹੋਣਾ ਚਾਹੀਦਾ ਟੈਂਪਰੇਚਰ। ਇਹਦੇ ਲਈ ਗੁੱਡ ਅਮਾਊਂਟ ਆਫ ਵਾਟਰ, ਪਾਣੀ ਬਹੁਤ ਜ਼ਿਆਦਾ ਚਾਹੀਦਾ ਵਾ, ਯਾਨੀ ਕਿ 130 ਤੋਂ ਲੈ ਕੇ 200 ਸੈਂਟੀਮੀਟਰ ਤੱਕ ਜਿਹੜਾ ਵਾ ਰੇਨਫਾਲ ਉਹ ਵੀ ਜ਼ਰੂਰੀ ਆ ਕਿਉਂਕਿ ਇਹ ਜਿਹੜੀ ਜ਼ਿਆਦਾਤਰ ਜਿਹੜੀ ਇਹ ਖੇਤੀ ਆ ਉਹ ਕਿਹਦੇ ਉੱਤੇ ਮੌਨਸੂਨ ਦੇ ਉੱਤੇ ਡਿਪੈਂਡ ਆ, ਤਾਂ ਕਰਕੇ ਇਹਦੇ ਲਈ ਸਾਨੂੰ ਜਿਹੜੀ ਬਾਰਿਸ਼ ਆ ਉਹਦੇ ਉੱਤੇ ਜ਼ਿਆਦਾ ਡਿਪੈਂਡੈਂਟ ਰਹਿਣਾ ਪੈਂਦਾ। ਉਸ ਤੋਂ ਬਾਅਦ ਹੈ ਲੈਸ ਫਰਟਾਈਲ ਸੋਇਲ ਇਜ਼ ਅ ਨੀਡ ਫॉर ਦੀ ਰਾਈਸ। ਰਾਈਸ ਦੇ ਲਈ ਇਹ ਬਹੁਤ ਜ਼ਿਆਦਾ ਜਿਹੜੀ ਉਪਜਾਊ ਚਾਹੀਦੀ ਆ ਮਿੱਟੀ ਜਿਹਦੇ ਵਿੱਚ ਰਾਈਸ ਉਗਦੇ ਹੋਣ ਤੇ ਇਹ ਜ਼ਿਆਦਾਤਰ ਕਲੇ ਤੇ ਡੈਲਟਾ ਸੋਇਲ ਦੇ ਵਿੱਚ ਜ਼ਿਆਦਾਤਰ ਸੂਟੇਬਲ ਆ। ਇਹਦੇ ਵਿੱਚ ਅਸੀਂ ਮਿਨੋਰ ਲੇਬਰ ਜਿਹੜੀ ਆ ਉਹ ਵੀ ਬਹੁਤ ਜ਼ਿਆਦਾ ਚਾਹੀਦੀ ਹੁੰਦੀ ਆ ਤੇ ਜਿਹੜੀ ਲੇਬਰ ਆ ਉਹ ਜ਼ਿਆਦਾ ਸਾਨੂੰ ਸਸਤੀ ਮਿਲ ਜਾਂਦੀ ਹੈ ਜਦੋਂ ਅਸੀਂ ਇਹ ਕਲਟੀਵੇਟ ਕਰਨੀ ਹੁੰਦੀ ਆ ਤੇ ਡੈਂਸ ਪੋਪੂਲੇਸ਼ਨ ਏਰੀਆ ਵਿੱਚ ਜ਼ਿਆਦਾ ਬੀਜੀ ਜਾਂਦੀ ਹੈ। ਰਾਈਸ ਜਿਹੜਾ ਵਾ ਉਹ ਇੰਡੀਆ ਦੇ ਵਿੱਚ ਚਾਈਨਾ ਤੋਂ ਬਾਅਦ ਇੰਡੀਆ ਜਿਹੜਾ ਵਾ ਉਹ ਅਗਲੇ ਨੰਬਰ 'ਤੇ ਆਉਂਦਾ ਵਾ। ਵੈਸਟ ਬੰਗਾਲ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਰਾਈਸ ਆ ਉਹ ਉਗਾਇਆ ਜਾਂਦਾ ਜਾਂ ਉਹਦੀ ਪ੍ਰੋਡਕਸ਼ਨ ਹੁੰਦੀ ਆ। ਤਾਮਿਲਨਾਡੂ, ਝਾਰਖੰਡ ਇਹ ਸੈਕਿੰਡ ਤੇ ਥਰਡ ਆਉਂਦੇ ਆ। ਰਾਈਸ ਹੁਣ ਜਿਹੜਾ ਕਰਨਾਟਕ ਤੋਂ ਇਲਾਵਾ ਮੱਧ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਕੇਰਲਾ, ਅਸਾਮ ਤੇ ਸਿੱਕਿਮ ਦੇ ਵਿੱਚ ਵੀ, ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਹੋ ਰਿਹਾ, ਪੰਜਾਬ ਹਰਿਆਣਾ ਦੇ ਵਿੱਚ ਵੀ ਹੋ ਰਿਹਾ। 2011-12 ਦੇ ਵਿੱਚ ਜਿਹੜੀ ਰਾਈਸ ਦੀ ਪ੍ਰੋਡਕਸ਼ਨ ਸੀ ਉਹ 4.3 ਕਰੋੜ ਹੈਕਟੇਅਰ ਤੋਂ ਲੈਂਡ ਤੋਂ ਵੱਧ ਕੇ ਹੁਣ ਜਿਹੜੀ ਟੋਟਲ ਪ੍ਰੋਡਕਸ਼ਨ ਆ ਉਹ 9.5 ਕਰੋੜ ਟਨ ਹੋ ਚੁੱਕੀ ਹੈ। ਤਾਂ ਇਹ ਤੋਂ ਪਤਾ ਲੱਗਦਾ ਵੀ ਸਾਡੀ ਜਿਹੜੀ ਐਗਰੀਕਲਚਰ ਦੀ ਡਿਵੈਲਪਮੈਂਟ ਵੀ ਬਹੁਤ ਜ਼ਿਆਦਾ ਹੋ ਰਹੀ ਹੈ। ਉਸ ਤੋਂ ਬਾਅਦ ਹੈ ਐਕਸਪਲੇਨ ਦੀ ਡਿਟੇਲ ਅਬਾਊਟ ਟੂ ਦੀ ਕਲਟੀਵੇਸ਼ਨ ਆਫ ਦੀ ਵੀਟ। ਹੁਣ ਜਿਹੜੀ ਕਣਕ ਦੀ ਖੇਤੀ ਬਾਰੇ ਅਸੀਂ ਦੱਸਣਾ ਵਾ। ਕਣਕ ਦੀ ਖੇਤੀ ਜਿਹੜੀ ਆ ਉਹ ਸਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਇਹਦੇ ਲਈ ਜੋਗ੍ਰਾਫੀਕਲ ਕੰਡੀਸ਼ਨ ਜਿਹੜੀਆਂ ਨੇ ਉਹ ਥੱਲੇ ਦੱਸੀਆਂ ਗਈਆਂ ਨੇ। ਵੀਟ ਰਿਕੁਆਇਰਸ ਲੋ ਟੈਂਪਰੇਚਰ, ਵੀ ਜਿਹੜਾ ਵੀਟ ਹੁੰਦੀ ਹੈ ਕਣਕ ਦੀ ਖੇਤੀ ਦੇ ਲਈ ਟੈਂਪਰੇਚਰ ਜਿਹੜਾ ਉਹ ਘੱਟ ਚਾਹੀਦਾ ਹੁੰਦਾ ਵਾ ਤੇ ਵੱਧ ਤੋਂ ਵੱਧ ਜਿਹੜਾ ਟੈਂਪਰੇਚਰ ਆ ਉਦੋਂ ਚਾਹੀਦਾ ਹੁੰਦਾ ਜਦੋਂ ਇਹਦੀ ਵਾਢੀ ਕੀਤੀ ਜਾਂਦੀ ਹੈ ਜਾਂ ਹਾਰਵੈਸਟਿੰਗ ਕੀਤੀ ਜਾਂਦੀ ਹੈ ਉਸ ਪੀਰੀਅਡ ਦੇ ਵਿੱਚ। ਟਾਈਮ ਪੀਰੀਅਡ ਦੇ ਵਿੱਚ ਜਦੋਂ ਇਹਨੂੰ ਬੀਜਿਆ ਜਾਂਦਾ ਤਾਂ ਜਿਹੜੀ ਟੈਂਪਰੇਚਰ ਉਹ 15 ਤੋਂ 20 ਡਿਗਰੀ ਸੈਲਸੀਅਸ ਹੋਣਾ ਚਾਹੀਦਾ ਤੇ ਜਦੋਂ ਇਹ ਪੱਕ ਜਾਂਦੀ ਹੈ ਤਾਂ ਉਹਦੇ ਲਈ ਟੈਂਪਰੇਚਰ ਸਾਨੂੰ 20 ਤੋਂ 25 ਡਿਗਰੀ ਸੈਲਸੀਅਸ ਚਾਹੀਦਾ ਹੁੰਦਾ ਹੈ। ਐਗਰੀਕਲਚਰ ਡਿਵੈਲਪਮੈਂਟ ਦਿਖਾਈ ਗਈ ਹੈ। ਉਸ ਤੋਂ ਬਾਅਦ ਜਿਹੜੀ ਵੀਟ ਗਰੋਨ ਆ ਏਰੀਆ ਦੇ ਵਿੱਚ ਜਿਹੜੀ ਉਹ ਮੈਂਡੇਟਰੀ, ਜਿੱਥੇ ਬਹੁਤ ਠੀਕ ਠਾਕ ਜੀ ਦਰਮਿਆਨੀ ਜੇ ਮੀਂਹ ਪੈਂਦਾ ਉੱਥੇ ਕਣਕ ਉਗਾਈ ਜਾ ਸਕਦੀ ਹੈ, ਯਾਨੀ ਕਿ ਉੱਥੇ ਜਿਹੜਾ ਰੇਨਫਾਲ ਆ ਉਹ 50 ਤੋਂ 75 ਸੈਂਟੀਮੀਟਰ ਤੱਕ ਹੋ ਸਕਦਾ, ਉਹ ਸੂਟੇਬਲ ਹੈ ਇਸ ਫਸਲ ਦੇ ਲਈ। ਸੋਇਲ ਜਿਹੜੀ ਉਹ ਜ਼ਿਆਦਾ ਫਰਟਾਈਲ ਹੋਣੀ ਚਾਹੀਦੀ ਆ, ਉਪਜਾਊ ਹੋਣੀ ਚਾਹੀਦੀ ਆ। ਲੈਮਨ ਸੋਇਲ ਜਿਹੜੀ ਉਹ ਸਭ ਤੋਂ ਜ਼ਿਆਦਾ ਵਧੀਆ ਮੰਨੀ ਜਾਂਦੀ ਹੈ ਕਿਹਦੇ ਲਈ?
ਕਣਕ ਦੀ ਖੇਤੀ ਲਈ। ਲੈਂਡ ਸ਼ੁੱਡ ਬੀ ਈਵਨ ਕਨਵੀਨੀਅੰਸ ਆਫ ਦੀ ਇਮੀਗ੍ਰੇਸ਼ਨ, ਯਾਨੀ ਕਿ ਪਾਣੀ ਦੀ ਸਿੰਜਾਈ ਦੇ ਲਈ ਵੀ ਇਹ ਬਹੁਤ ਜ਼ਿਆਦਾ ਵਧੀਆ ਜ਼ਰੂਰੀ ਆ। ਅਤੇ ਇਹਦੀ ਜਿਹੜੀ ਪ੍ਰੋਡਕਸ਼ਨ ਆ, ਹੁਣ ਇੰਡੀਆ ਜਿਹੜਾ ਵਾ 4th ਪੋਜੀਸ਼ਨ 'ਤੇ ਆਉਂਦਾ ਵਾ ਜੇਕਰ ਵੀਟ ਦੀ ਪ੍ਰੋਡਕਸ਼ਨ ਦੇਖੀ ਜਾਵੇ ਵਰਲਡ ਦੇ ਵਿੱਚ। ਗ੍ਰੀਨ ਰੈਵੋਲਿਊਸ਼ਨ ਦੇ ਵਿੱਚ ਇਹਦੇ ਵਿੱਚ ਬਹੁਤ ਸਾਰੀਆਂ ਚੇਂਜਿਸ ਆਈਆਂ। 1960 ਤੋਂ ਲੈ ਕੇ 61 ਤੱਕ ਜਿਹੜਾ ਵਾ ਸਾਡਾ ਜਿਹੜਾ 1.6 ਕਰੋੜ ਟਨ ਸੀਗਾ, ਬਟ 11-12 ਦੇ ਵਿੱਚ 8.5 ਕਰੋੜ ਟਨ ਤੱਕ ਹੋ ਗਿਆ। ਅਤੇ ਇਹਦੇ ਵਿੱਚ ਜਿਹੜੀ ਵੀਟ ਪ੍ਰੋਡਕਸ਼ਨ ਜਿਹੜੀਆਂ ਸਟੇਟਸ ਨੇ ਉਹਨਾਂ ਨੇ ਵੀ ਬਹੁਤ ਜ਼ਿਆਦਾ ਇੰਪਰੂਵਮੈਂਟ ਕੀਤੀ ਅਤੇ ਕਾਫੀ ਜ਼ਿਆਦਾ ਡਿਵੈਲਪ ਕੀਤਾ। ਇੰਡੀਆ ਦੇ ਵਿੱਚ ਜਿਹੜਾ ਵਾ ਸਾਊਥਰਨ ਪਾਰਟ ਨੂੰ ਛੱਡ ਕੇ ਅਤੇ ਪੈਨੀਸੂਲਾ ਨੂੰ ਛੱਡ ਕੇ ਬਾਕੀ ਨਾਰਥ ਇੰਡੀਆ ਦੇ ਵਿੱਚ ਜ਼ਿਆਦਾਤਰ ਕਣਕ ਜਿਹੜੀ ਉਹ ਬੀਜੀ ਜਾਂਦੀ ਆ। ਉੱਤਰ ਪ੍ਰਦੇਸ਼ ਜਿਹੜਾ ਵਾ ਉਹ ਸਭ ਤੋਂ ਜ਼ਿਆਦਾ ਕੁਆਂਟੀਟੀ ਦੇ ਵਿੱਚ ਜਿਹੜਾ ਵੀਟ ਆ ਉਹ ਪ੍ਰੋਡਿਊਸ ਕਰਦਾ। ਦੈਨ ਫਿਰ ਸੈਕਿੰਡ ਪੋਜੀਸ਼ਨ ਦੇ ਉੱਤੇ ਪੰਜਾਬ ਆਉਂਦਾ ਵਾ, ਦੈਨ ਹਰਿਆਣਾ। ਇਹ ਇੰਪੋਰਟੈਂਟ ਪ੍ਰੋਡਿਊਸਰ ਨੇ ਸਟੇਟਸ ਜਿੱਥੇ ਵੀਟ ਜ਼ਿਆਦਾ ਹੁੰਦੀ ਹੈ। ਉਸ ਤੋਂ ਬਾਅਦ ਹੈ ਰਾਈਟ ਅਬਾਊਟ ਟੂ ਦੀ ਕਲਟੀਵੇਸ਼ਨ ਆਫ ਟੂ ਦੀ ਪਲਸ ਇਨ ਦੀ ਇੰਡੀਆ ਦੇ ਵਿੱਚ ਜਿਹੜੀ ਦਾਲਾਂ ਦੀ ਖੇਤੀ ਆ ਉਹਦੇ ਬਾਰੇ ਤੁਸੀਂ ਦੱਸਣਾ ਵਾ ਜੀ। ਉਹਦੀ ਖੇਤੀ ਦੇ ਵਿੱਚ ਕੀ ਉਪਜਾਊ ਕਰਨਾ। ਜਿਹੜੀਆਂ ਦਾਲਾਂ ਨੇ ਉਹ ਅੱਜ ਕੱਲ੍ਹ ਜਿਹੜੀਆਂ ਨੇ ਉਹਦੇ ਵਿੱਚ ਜਿਹੜਾ ਇੰਡੀਆ ਦਾ ਮਾਰਕ ਜਿਹੜਾ ਵਾ ਉਹ ਜ਼ਿਆਦਾ ਇਨਕਰੀਜ਼ ਨਹੀਂ ਹੋ ਰਿਹਾ। ਇੰਡੀਆ ਜਿਹੜਾ ਵਾ ਫਿਰ ਵੀ ਕੀ ਆ, ਇੱਕ ਲਾਰਜ ਪ੍ਰੋਡਿਊਸਰ ਆ ਕਿਹਦਾ, ਦਾਲਾਂ ਦਾ। ਮੇਨ ਜਿਹੜੀਆਂ ਦਾਲਾਂ ਹੁੰਦੀਆਂ ਜਿਵੇਂ ਗ੍ਰੀਨਸ ਹੋ ਗਈ, ਅਰਹਰ ਹੋ ਗਈ, ਮਸੂਰ ਹੋ ਗਈ, ਮੂੰਗੀ ਹੋ ਗਈ, ਪਲਸ ਹੋ ਗਏ, ਇਹ ਸਾਰੀਆਂ ਜ਼ਿਆਦਾਤਰ ਬੀਜੀਆਂ ਜਾਂਦੀਆਂ ਨੇ। ਇਹ ਜ਼ਿਆਦਾਤਰ ਸਾਡੇ ਕੰਟਰੀ ਦੇ ਵਿੱਚ ਦੋ ਹੀ ਸੀਜ਼ਨਾਂ ਵਿੱਚ ਬੀਜੀਆਂ ਜਾਂਦੀਆਂ, ਖਾਰਿਫ ਅਤੇ ਰਵੀ ਸੀਜ਼ਨ ਦੋਹਾਂ ਦੇ ਵਿੱਚ ਆਉਂਦੀਆਂ ਨੇ। ਜਿਹੜਾ ਇਹਦਾ ਏਰੀਆ ਵਾ ਉਹ ਜ਼ਿਆਦਾ ਇਨਕਰੀਜ਼ ਨਹੀਂ ਹੋਇਆ ਕਿਉਂਕਿ ਇਹ ਲਾਰਜ ਏਰੀਆ ਦੇ ਵਿੱਚ ਕਲਟੀਵੇਸ਼ਨ ਜਿਹੜਾ ਵਾ ਉਹ ਕਿਹਦੇ ਲਈ ਆ, ਵੀਟ ਅਤੇ ਰਾਈਸ ਦੇ ਲਈ ਆ। ਆਫਟਰ ਗ੍ਰੀਨ ਰੈਵੋਲਿਊਸ਼ਨ ਇਹਨਾਂ ਦੀ ਪ੍ਰੋਡਕਸ਼ਨ ਜ਼ਿਆਦਾ ਹੋਣ ਲੱਗੀ। 1961 ਤੋਂ ਪਹਿਲਾਂ ਜਿਹੜਾ ਸੀ ਇਹ ਕਲਟੀਵੇਟਡ ਜਿਹੜੀ ਸਾਨੂੰ ਜ਼ਿਆਦਾ ਪ੍ਰੋਡਕਸ਼ਨ ਹੁੰਦੀ ਸੀ ਉਹ 2.6 ਕਰੋੜ ਹੈਕਟੇਅਰ ਸੀਗੀ। 2001 ਦੇ ਵਿੱਚ ਇਹ 2.3 ਕਰੋੜ ਹੈਕਟੇਅਰ ਰਹਿ ਗਈ। ਉਸ ਤੋਂ ਬਾਅਦ ਇਹ ਡਿਕਰੀਜ਼ ਹੋ ਕੇ 10 ਲੱਖ ਹੈਕਟੇਅਰ ਤੱਕ ਹੀ ਰਹਿ ਗਈ ਲਾਸਟ 34 ਈਅਰ ਦੇ ਵਿੱਚ ਦੇਖਿਆ ਜਾਵੇ। ਹੁਣ ਜਿਹੜੀ ਦਾਲਾਂ ਦੀ ਪ੍ਰੋਡਕਸ਼ਨ ਆ ਉਹ 1.3 ਕਰੋੜ ਹੀ ਆ। 1961 ਦੇ ਵਿੱਚ ਇਹ ਇਨਕਰੀਜ਼ ਹੋਈ ਸੀਗੀ 2010-11 ਦੇ ਵਿੱਚ। ਜੇ ਇਹ ਕਿਹਦੇ ਕਰਕੇ ਹੋਈ ਵੀ ਅਸੀਂ ਜ਼ਿਆਦਾ ਵਧੀਆ ਸੀਡਸ ਯੂਜ਼ ਕਰਨ ਲੱਗੇ, ਬੀਜ ਯੂਜ਼ ਕਰਨ ਲੱਗੇ ਅਤੇ ਵਧੀਆ ਢੰਗ ਦੇ ਨਾਲ ਖੇਤੀ ਕਰਨੀ ਸ਼ੁਰੂ ਕੀਤੀ। ਆ ਦਿਖਾਇਆ ਗਿਆ ਦਾਲਾਂ ਦੇ ਵਿੱਚ ਵੀ ਇੰਡੀਆ ਜਿਹੜਾ ਵਾ ਲਾਰਜੈਸਟ ਪ੍ਰੋਡਿਊਸਰ ਆ। ਠੀਕ ਹੈ ਜੀ, ਕਿਹੜੇ ਆ ਮੇਨ ਸਟੇਟਸ ਨੇ ਉਹ ਦੱਸੀਆਂ ਗਈਆਂ ਨੇ ਇਹਦੇ ਵਿੱਚ ਹੀ। ਉਸ ਤੋਂ ਬਾਅਦ ਹੈ ਹਾਈਲਾਈਟ ਦੀ ਕਾਜ਼ ਆਫ ਟੂ ਦੀ ਲੀਡ ਟੂ ਦੀ ਡਿਕਰੀਜ਼ ਇਨ ਏਰੀਆ ਅੰਡਰ ਟੂ ਦੀ ਆਇਲ ਸੀਡ ਆਫਟਰ ਦੀ ਗ੍ਰੀਨ ਰੈਵੋਲਿਊਸ਼ਨ। ਵਟ ਸਟੈਪਸ ਹੈਜ਼ ਬੀਨ ਟੇਕਨ ਬਾਈ ਦੀ ਗਵਰਨਮੈਂਟ ਟੂ ਇਨਕਰੀਜ਼ ਦੀ ਕਲਟੀਵੇਸ਼ਨ ਆਫ ਦੀ ਆਇਲ ਸੀਡ। ਹੁਣ ਤੁਸੀਂ ਕੁਝ ਕੁ ਕਾਰਨ ਦੱਸਣੇ ਆ ਵੀ ਕਿਹਦੇ ਕਾਰਨ ਕਰਕੇ ਜਿਹੜਾ ਤੇਲ ਬੀਜਾਂ ਦੀ ਜਿਹੜੀ ਪੈਦਾਵਾਰ ਆ ਉਹਨੂੰ ਘਟਾਇਆ ਗਿਆ ਅਤੇ ਇਹਨਾਂ ਦੇ ਗੌਰਮੈਂਟ ਨੇ ਇਹਨਾਂ ਨੂੰ ਵਧਾਉਣ ਦੇ ਲਈ ਕਿਹੜੇ ਸਟੈਪ ਚੱਕੇ ਨੇ। ਦੇਖੋ, ਆਇਲ ਸੀਡ ਜਿਹੜੀ ਗਰੋਨ ਕਰਦੀ ਸੀ ਉਹ ਕੰਬੀਨੇਸ਼ਨ ਸੀਗੀ ਅਦਰ ਜਿਹੜੀਆਂ ਫਸਲਾਂ ਸੀ ਉਹਨਾਂ ਨਾਲ ਬੀਜੀ ਜਾਂਦੀ ਸੀ ਤਾਂ ਜੋ ਕੀ ਆ ਵੀ ਮਿੱਟੀ ਜਿਹੜੀ ਉਪਜਾਊ ਸ਼ਕਤੀ ਉਹਨੂੰ ਵਧਾਇਆ ਜਾ ਸਕੇ। ਇਹ ਕ੍ਰੌਪ ਰੋਟੇਸ਼ਨ ਦੇ ਵਿੱਚ ਵੀ ਇੱਕ ਅਹਿਮ ਰੋਲ ਪਲੇ ਕਰਦੀ ਸੀ। ਬਟ ਆਫਟਰ ਗ੍ਰੀਨ ਰੈਵੋਲਿਊਸ਼ਨ ਜਿਹੜਾ ਏਰੀਆ ਸੀਗਾ ਆਇਲ ਸੀਡਸ ਦਾ ਉਹ ਡਿਕਰੀਜ਼ ਹੋ ਚੁੱਕਿਆ ਸੀ। 75 ਅਤੇ 76 ਦੇ ਵਿੱਚ ਕੀ ਹੋਇਆ, ਆਇਲ ਸੀਡ ਜਿਹੜੇ ਸੀਗੇ 3.2 ਲੱਖ ਹੈਕਟੇਅਰ ਦੇ ਵਿੱਚ ਬੀਜੇ ਜਾਂਦੇ ਸੀ। 1991 ਦੇ ਵਿੱਚ ਇਹ ਡਿਕਰੀਜ਼ ਹੋ ਕੇ 1 ਲੱਖ ਹੈਕਟੇਅਰ ਤੱਕ ਹੀ ਰਹਿ ਗਏ। ਅਤੇ ਗੌਰਮੈਂਟ ਨੇ ਕੁਝ ਕੁ ਸਟੈਪ ਚੂਜ਼ ਕੀਤੇ ਤਾਂ ਜੋ ਕੀ ਆ ਵੀ ਆਇਲ ਸੀਡਸ ਦੀ ਪ੍ਰੋਡਕਸ਼ਨ ਵਧਾਇਆ ਜਾ ਸਕੇ। ਉਹਨਾਂ ਦੇ ਵਿੱਚ ਉਹਨਾਂ ਨੇ ਸੀਡਸ ਦੇ ਵਿੱਚ ਆਇਲ ਪ੍ਰੋਡਕਸ਼ਨ ਨੂੰ ਵਧਾਉਣ ਦੇ ਲਈ ਵਧੀਆ ਸੀਡਸ ਪ੍ਰੋਵਾਈਡ ਕੀਤੇ, ਗੁੱਡ ਪ੍ਰਾਈਸ ਦੇਣਾ ਸ਼ੁਰੂ ਕੀਤਾ ਤਾਂ ਜੋ ਕੀ ਆ ਵੀ ਜਿਹੜੇ ਆਇਲ ਸੀਡਸ ਨੇ ਫਾਰਮਰ ਉਹਨਾਂ ਵੱਲ ਇੰਟਰਸਟਡ ਹੋਣ ਅਤੇ ਉਹਨਾਂ ਨੂੰ ਵੀ ਆਪਣੀ ਖੇਤੀ ਦੇ ਵਿੱਚ ਯੂਜ਼ ਕਰਨ। ਇਹ ਸੀਗਾ, ਜਾਣੀ ਕਿ ਮੈਂ ਤੁਹਾਨੂੰ 1-2 ਕੁਐਸਚਨ ਨਹੀਂ ਕਰਾਏ, ਉਹ ਸਿਮੀਲਰ ਸੀਗੇ ਜਿਹੜੇ ਲਾਸਟ ਪ੍ਰੀਵੀਅਸ ਕੁਐਸਚਨ ਸੀ ਤਾਂ ਕਰਕੇ ਉਹ ਰਿਪੀਟ ਹੋ ਰਹੇ ਸੀ, ਤਾਂ ਕਰਕੇ ਮੈਂ ਉਹ ਕੁਐਸਚਨ ਜਿਹੜੇ ਨੇ ਇਹਦੇ ਵਿੱਚ ਚੂਜ਼ ਨਹੀਂ ਕੀਤੇ। ਉਸ ਤੋਂ ਬਾਅਦ ਕੁਐਸਚਨ ਹੈ ਸਾਡੇ ਕੋਲ ਰਾਈਟ ਦੀ ਕੰਪਰੀਹੈਂਸਿਵ ਐਸੇ ਔਨ ਟੂ ਦੀ ਕਾਟਨ ਪ੍ਰੋਡਕਸ਼ਨ ਆਫ ਅਵਰ ਕੰਟਰੀ। ਹੁਣ ਸਾਡੀ ਕੰਟਰੀ ਦੇ ਵਿੱਚ ਜਿਹੜੀ ਕਾਟਨ ਦੀ ਪ੍ਰੋਡਕਸ਼ਨ ਹੈ, ਕਪਾਹ ਦੀ ਖੇਤੀ ਕੀਤੀ ਜਾਂਦੀ ਆ, ਉਤਪਾਦਨ ਦੇ ਵਿੱਚ ਤਾਂ ਕੀ ਆ ਉਹਦੇ ਬਾਰੇ ਤੁਸੀਂ ਐਕਸਪਲੇਨ ਕਰਨਾ ਵਾ। ਦੇਖੋ ਕੀ ਆ, ਕਾਟਨ ਜਿਹੜੀ ਉਹ ਇੱਕ ਇੰਪੋਰਟੈਂਟ ਫੈਬਰਿਕ ਕ੍ਰੌਪਸ ਆ, ਯਾਨੀ ਕਿ ਇਹ ਇੱਕ ਪੌਦਾ ਮੂਲ, ਯਾਨੀ ਕਿ ਇਹ ਇੱਕ ਪੌਦਿਆਂ ਦੇ ਦੁਆਰਾ ਨਿਕਲਦੀ ਆ ਜਾਂ ਪੌਦਿਆਂ ਦੇ ਉੱਤੇ ਲਗਾਈ ਜਾਂਦੀ ਆ। ਇਹ ਕਾਟਨ ਜਿਹੜੀ ਹੈ ਯੂਜ਼ ਕੀਤੀ ਜਾਂਦੀ ਹੈ ਕੱਪੜੇ ਬਣਾਉਣ ਦੇ ਲਈ। ਕਾਟਨ ਪਲਾਂਟੇਸ਼ਨ ਜਿਹੜੀ ਹੈ ਇੰਡੀਆ ਦੇ ਵਿੱਚ ਪੁਰਾਣੇ ਸਮਿਆਂ ਤੋਂ ਚੱਲੀ ਆ ਰਹੀ ਹੈ, ਤਾਂ ਕਰਕੇ ਇਹਨੂੰ ਇੰਡਸ ਸਿਵਲਾਈਜੇਸ਼ਨ ਤੋਂ ਚੱਲੀ ਆ ਰਹੀ ਹੈ ਅਤੇ ਇਸ ਕਰਕੇ ਇਹਨੂੰ ਸਿੱਧੂ ਦੀ ਵੀ ਸਿਵਲਾਈਜੇਸ਼ਨ ਵੀ ਕਿਹਾ ਜਾਂਦਾ, ਗ੍ਰੀਕ ਦੇ ਵਿੱਚ ਇਹਨੂੰ ਸੁਧੋ ਵੀ ਕਿਹਾ ਜਾਂਦਾ ਰਿਹਾ। ਅਤੇ ਜੋਗ੍ਰਾਫੀਕਲ ਕੰਡੀਸ਼ਨ ਜਿਹੜੀਆਂ ਇਹਦੇ ਲਈ ਰਿਕੁਆਇਰਡ ਨੇ, ਫਸਟ ਹੈਗਾ ਹਾਈ ਟੈਂਪਰੇਚਰ ਚਾਹੀਦਾ ਵਾ ਇਹਦੇ ਲਈ 30 ਤੋਂ 35 ਡਿਗਰੀ ਦੇ ਵਿੱਚ, ਤਾਂ ਜੋ ਕੀ ਹੈ ਇਹਦੀ ਪ੍ਰੋਡਕਸ਼ਨ ਜਿਹੜੀ ਉਹ ਵਧੀਆ ਹੋ ਸਕੇ। ਮੈਂਡੇਟਰੀ ਅਮਾਊਂਟ ਦੇ ਵਿੱਚ ਜਿਹੜੀ ਰੇਨਫਾਲ ਵੀ ਚਾਹੀਦਾ ਵਾ, ਜ਼ਿਆਦਾ ਰੇਨਫਾਲ ਵੀ ਇਹਨੂੰ ਖਰਾਬ ਕਰੇਗਾ, ਜ਼ਿਆਦਾ ਘੱਟ ਵੀ ਹੋਇਆ ਤਾਂ ਵੀ ਖਰਾਬ ਕਰੇਗਾ, ਜਾਣੀ ਕਿ 50 ਤੋਂ ਲੈ ਕੇ 100 ਸੈਂਟੀਮੀਟਰ ਤੱਕ ਰੇਨਫਾਲ ਹੋਣੀ ਜ਼ਰੂਰੀ ਆ। ਅਤੇ ਜੇਕਰ ਡਰਾਈ ਏਰੀਆ ਵਾ ਤਾਂ ਉੱਥੇ ਜਿਹੜੀ ਆ ਸਿੰਜਾਈ ਦੇ ਸਾਧਨ ਵਧੀਆ ਹੋਣੇ ਚਾਹੀਦੇ ਆ। ਉਸ ਤੋਂ ਬਾਅਦ ਇਹਨੂੰ ਗਰੋ ਕਰਨ ਦਾ ਜਿਹੜਾ ਪੀਰੀਅਡ ਹੁੰਦਾ ਵਾ ਉਹਦੇ ਵਿੱਚ ਕੀ ਹੋਣੀ ਚਾਹੀਦੀ ਹੈ, ਹਿਊਮਿਡਿਟੀ ਹੋਣੀ ਚਾਹੀਦੀ ਹੈ, ਨਮੀ ਹੋਣੀ ਚਾਹੀਦੀ ਹੈ। ਅਤੇ ਜਦੋਂ ਇਹਨੂੰ ਪਿਕ ਆਊਟ ਕੀਤਾ ਜਾਂਦਾ, ਯਾਨੀ ਕਿ ਕੱਢਿਆ ਜਾਂਦਾ, ਤਾਂ ਉਸ ਸਮੇਂ ਜਿਹੜਾ ਵੈਦਰ ਹੋਣਾ ਚਾਹੀਦਾ ਉਹ ਸੁੱਕਾ ਜਾਂ ਡਰਾਈ ਹੋਣਾ ਚਾਹੀਦਾ, ਯਾਨੀ ਕਿ ਟੈਂਪਰੇਚਰ ਹਾਈ ਹੋਣਾ ਚਾਹੀਦਾ ਵਾ। ਕਾਟਨ ਜਿਹੜੀ ਆ ਉਹ ਗਰੋ ਕਰਦੀ ਹੈ ਮੈਨੀ ਆਫ ਟਾਈਮਸ ਦੀ ਜਿਹੜੀਆਂ ਸੋਇਲਸ ਨੇ ਡਿਫਰੈਂਟ ਤਰ੍ਹਾਂ ਦੀਆਂ ਮਿੱਟੀ ਦੇ ਉੱਤੇ ਲੱਗ ਜਾਂਦੀ ਹੈ। ਬਟ ਜਿਹੜੀ ਸਭ ਤੋਂ ਜ਼ਿਆਦਾ ਯੂਜ਼ਫੁਲ ਮਿੱਟੀ ਆ ਉਹ ਕਿਹੜੀ ਆ, ਬਲੈਕ ਸੋਇਲ ਆ, ਜਾਂ ਰੰਗੂਨ ਵੀ ਕਿਹਾ ਜਾਂਦਾ ਹੈ। ਗੁਜਰਾਤ ਅਤੇ ਮਹਾਰਾਸ਼ਟਰ ਦੇ ਵਿੱਚ ਆਮ ਮਿਲ ਜਾਂਦੀ ਹੈ। ਅਤੇ ਬਲੈਕ ਸੋਇਲ ਜਿਹੜੀ ਆ ਉਹ ਸਭ ਤੋਂ ਜ਼ਿਆਦਾ ਯੂਜ਼ਫੁਲ ਆ ਕਿਉਂਕਿ ਇਹਦੇ ਵਿੱਚ ਮੋਇਸਚਰ ਜਿਹੜਾ ਵਾ ਉਹ ਕਾਫੀ ਲੰਬੇ ਸਮੇਂ ਤੱਕ ਰਹਿੰਦਾ ਵਾ ਅਤੇ ਇਹਦੇ ਵਿੱਚ ਜਿਹੜਾ ਵਾ ਸਿੰਜਾਈ ਦੀ ਲੋੜ ਨਹੀਂ ਪੈਂਦੀ, ਬਹੁਤ ਘੱਟ ਕਰਨੀ ਪੈਂਦੀ ਹੈ। ਪੰਜਾਬ ਹਰਿਆਣਾ ਦੇ ਵਿੱਚ ਵੀ ਜਿਹੜੀ ਆ ਕਾਟਨ ਇੰਡਸਟਰੀ ਕੀਤੀ ਆ,
ਕਾਟਨ ਦੀ ਪ੍ਰੋਡਕਸ਼ਨ ਕੀਤੀ ਜਾਂਦੀ ਕਿਉਂਕਿ ਇੱਥੇ ਐਲੋਵਲ ਸੋਇਲ ਪ੍ਰੋਵਾਈਡਡ ਆ। ਉਸ ਤੋਂ ਬਾਅਦ ਹੈ ਮੋਸਟ ਆਫ ਦੀ ਐਕਟੀਵਿਟੀ ਜਿਹੜੀਆਂ ਕਨੈਕਟਡ ਨੇ ਉਹ ਕਿਹਦੇ ਨਾਲ ਨੇ, ਕਾਟਨ ਪ੍ਰੋਡਕਸ਼ਨ ਜਿਹੜੀ ਆ ਉਹ ਮੈਨੂਅਲ ਲੇਬਰ ਦੇ ਨਾਲ, ਜਾਣੀ ਕਿ ਲੇਬਰਾਂ ਦੁਆਰਾ ਹੀ ਕੰਮ ਕੀਤਾ ਜਾਂਦਾ ਵਾ, ਅਤੇ ਚੀਪਰ ਲੇਬਰ ਹੁੰਦੀ ਆ ਅਤੇ ਐਸੈਂਸ਼ੀਅਲ ਰਿਸੋਰਸ ਆ ਵਧੀਆ ਢੰਗ ਨਾਲ ਕਰਨ ਦਾ। ਹੁਣ ਇਹਦੇ ਵਿੱਚ ਜਿਹੜੀ ਸਨੋਇੰਗ ਅਤੇ ਇਹਦੀ ਹਾਰਵੈਸਟਿੰਗ ਪੀਰੀਅਡ ਆ ਉਹ ਵੀ ਇੰਪੋਰਟੈਂਟ ਰੋਲ ਪਲੇ ਕਰਦਾ ਵਾ। ਇੰਡੀਆ ਦੇ ਮੋਸਟ ਆਫ ਦੀ ਜਿਹੜੀ ਕਾਟਨ ਆ ਉਹ ਸਮਰ ਦੇ ਵਿੱਚ ਹੀ ਲਗਾਈ ਜਾਂਦੀ ਆ, ਅਤੇ ਉਸ ਤੋਂ ਬਾਅਦ ਜਿਹੜਾ ਇਹਨੂੰ ਪੱਟਣ ਦਾ ਕੰਮ ਹੁੰਦਾ ਵਾ ਉਹ ਅਪ੍ਰੈਲ ਤੇ ਮਈ ਜੂਨ ਦੇ ਵਿੱਚ, ਹਾਰਵੈਸਟਿੰਗ ਜਿਹੜੀ ਇਹਦੀ ਜਾਣੀ ਕਿ ਇਹਨੂੰ ਤੋੜਨ ਦਾ ਕੰਮ ਜਿਹੜਾ ਵਾ ਉਹ ਸਤੰਬਰ ਅਕਤੂਬਰ ਦੇ ਵਿੱਚ ਕੀਤਾ ਜਾਂਦਾ। ਗੁਜਰਾਤ ਦੇ ਵਿੱਚ ਇਹ ਮੰਥ ਜੂਨ ਦੇ ਵਿੱਚ ਲਗਾਈ ਜਾਂਦੀ ਆ ਅਤੇ ਇਹਨੂੰ ਅਕਤੂਬਰ ਦੇ ਮੰਥ ਦੇ ਵਿੱਚ ਤੋੜਿਆ ਜਾਂਦਾ ਵਾ। ਤਾਮਿਲਨਾਡੂ ਦੇ ਵਿੱਚ ਕਾਟਨ ਜਿਹੜੀ ਆ ਸਤੰਬਰ ਦੇ ਵਿੱਚ ਲਗਾਈ ਜਾਂਦੀ ਹੈ ਅਤੇ ਕਦੋਂ ਕੱਢਿਆ ਜਾਂਦਾ ਵਾ, ਮਾਰਚ ਦੇ ਵਿੱਚ ਕੱਢਿਆ ਜਾਂਦਾ, ਕਿ ਡਿਫਰੈਂਟ ਡਿਪੈਂਡ ਕਰਦਾ ਵਾ ਜਿਹੋ ਜਿਹਾ ਏਰੀਆ ਹੋਏਗਾ ਉਸ ਦੇ ਅਕੋਰਡਿੰਗ ਇਹਨਾਂ ਨੂੰ ਲਗਾਇਆ ਜਾਂਦਾ ਵਾ। ਪ੍ਰੋਡਕਸ਼ਨ ਜਿਹੜੀ ਆ ਇੰਡੀਆ ਜਿਹੜਾ ਵਾ 4th ਲਾਰਜੈਸਟ ਪ੍ਰੋਡਿਊਸਰ ਆ ਕਾਟਨ ਦੇ ਵਿੱਚ ਵਰਲਡ ਦੇ ਵਿੱਚ, ਅਤੇ ਇਹ 700 ਲੱਖ ਵਿਲਸ ਆਫ ਦੀ ਆ ਕਾਟਨ ਜਿਹੜੀ ਆ ਉਹ ਪ੍ਰੋਡਿਊਸ ਕਰਦਾ ਵਾ, ਜਿਹਦਾ ਵੇਟ 170 ਕਿਲੋਗ੍ਰਾਮ ਹੁੰਦਾ ਵਾ। 11-12 ਦੇ ਵਿੱਚ ਇਹਦਾ ਏਰੀਆ ਕਾਟਨ ਦਾ ਜਿਹੜਾ ਸੀ ਉਹ 86 ਲੱਖ ਹੈਕਟੇਅਰ ਹੋ ਗਿਆ। ਜੇਕਰ ਸਟੇਟ ਵਾਈਜ਼ ਕੰਟਰੀਬਿਊਸ਼ਨ ਦੀ ਗੱਲ ਕਰੀਏ ਤਾਂ ਮਹਾਰਾਸ਼ਟਰ ਜਿਹੜਾ ਵਾ ਸਭ ਤੋਂ ਵੱਡਾ ਪ੍ਰੋਡਿਊਸਰ ਆ ਕਾਟਨ ਦਾ। ਇੰਡੀਆ ਜਿਹੜਾ ਵਾ, ਇੰਡੀਆ ਦੀ ਸਭ ਤੋਂ ਜ਼ਿਆਦਾ ਯਾਨੀ ਕਿ 26.3 ਲੱਖ ਵੇਲਸ ਜਿਹੜੀ ਆ ਕਾਟਨ ਉਹ ਸਿਰਫ ਮਹਾਰਾਸ਼ਟਰ ਤੋਂ ਹੁੰਦੀ ਆ। ਜਿਹੜੇ ਦੂਸਰੇ ਸਟੇਟਸ ਨੇ ਉਹ ਵੀ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੇ ਆ, ਜਿਵੇਂ ਹਰਿਆਣਾ, ਮੱਧ ਪ੍ਰਦੇਸ਼, ਕਰਨਾਟਕ, ਪੰਜਾਬ, ਗੁਜਰਾਤ, ਇਹ ਸਾਰੇ ਜਿਹੜੇ ਪ੍ਰੋਡਿਊਸਰ ਨੇ, ਰਾਜਸਥਾਨ, ਤਾਮਿਲਨਾਡੂ, ਆਂਧਰਾ ਪ੍ਰਦੇਸ਼। ਅਤੇ ਕਾਟਨ ਜਿਹੜੀ ਆ ਉਹ ਸ਼ਾਰਟ ਸਟ੍ਰਿਪ ਦੇ ਵਿੱਚ ਹੁੰਦੀ ਆ, ਤਾਂ ਕਰਕੇ ਜਿਹੜਾ ਵਾ ਲੌਂਗ ਸਟ੍ਰਿਪ ਜਿਹੜੀ ਆ ਉਹ ਅਮਰੀਕਾ ਦੇ ਵਿੱਚ ਅਤੇ ਇਜਿਪਟ ਦੇ ਵਿੱਚ ਕੀਤੀ ਜਾਂਦੀ ਹੈ, ਤਾਂ ਕਰਕੇ ਇੱਥੇ ਜਿਹੜੀ ਪ੍ਰੋਡਕਸ਼ਨ ਆ ਉਹ ਜ਼ਿਆਦਾ ਹੋ ਜਾਂਦੀ ਹੈ। ਉਸ ਤੋਂ ਬਾਅਦ ਹੈ ਲਾਸਟ ਕੁਐਸਚਨ ਆ ਸਾਡੇ ਕੋਲ, ਐਕਸਪਲੇਨ ਦੀ ਮੇਨ ਫੀਚਰ ਆਫ ਦੀ ਹਾਰਟੀਕਲਚਰ ਇਨ ਇੰਡੀਆ। ਇੰਡੀਆ ਦੇ ਵਿੱਚ ਜਿਹੜੀ ਬਾਗਬਾਨੀ ਜਾਣੀ ਕਿ ਜਿਹੜੇ ਬਾਗ ਲਗਾ ਕੇ ਉਹਨਾਂ ਵਿੱਚੋਂ ਖੇਤੀ ਕੀਤੀ ਜਾਂਦੀ ਆ ਉਹਨਾਂ ਦੇ ਬਾਰੇ ਇੱਕ ਇੰਪੋਰਟੈਂਟ ਨੋਟ ਲਿਖਣਾ ਵਾ। ਦੇਖੋ ਹੁਣ ਸਾਨੂੰ ਸਭ ਨੂੰ ਪਤਾ ਲੱਗਿਆ ਵੀ ਹਾਰਟੀਕਲਚਰ ਕਿਹੜਾ ਹੁੰਦਾ ਵਾ। ਹਾਰਟੀਕਲਚਰ ਹੁੰਦਾ ਜਿਹਦੇ ਵਿੱਚ ਅਸੀਂ ਸਬਜ਼ੀਆਂ, ਫਲਾਵਰ ਜਾਂ ਫਰੂਟਸ ਲਗਾਉਂਦੇ ਆ। ਇਹਨਾਂ ਦੇ ਮੇਨ ਕਰੈਕਟਰ ਕੀ ਨੇ, ਇੰਡੀਆ ਜਿਹੜਾ ਵਾ ਉਹ 2nd ਲਾਰਜੈਸਟ ਪ੍ਰੋਡਿਊਸਰ ਆ ਕਿਹਦਾ, ਫਰੂਟਸ ਆ ਅਤੇ ਵੈਜੀਟੇਬਲ ਦਾ ਵਰਲਡ ਦੇ ਵਿੱਚ, ਅਤੇ ਇਹਦੀ ਪ੍ਰੋਡਕਸ਼ਨ ਜਿਹੜੀ ਆ ਫੂਡ ਦੀ ਉਹ 2.9 ਕਰੋੜ ਟਨ, ਅਤੇ ਇਹਦੀ ਵੈਜੀਟੇਬਲ ਦੀ ਜਿਹੜੀ ਪ੍ਰੋਡਕਸ਼ਨ ਆ ਉਹ 6.5 ਕਰੋੜ ਟਨ ਆ। ਡਿਫਰੈਂਟ ਟਾਈਪਸ ਦੇ ਫਰੂਟ ਅਤੇ ਵੈਜੀਟੇਬਲ ਅਤੇ ਫਲਾਵਰਸ ਜਿਹੜੇ ਨੇ ਉਹ ਉਗਾਏ ਜਾਂਦੇ, ਕਿਉਂਕਿ ਇੱਥੇ ਕੈਮੀਕਲ ਜਿਹੜੇ ਸਾਡੇ ਜਿਹੜਾ ਮੌਸਮੀ ਚੇਂਜਿਸ ਬਹੁਤ ਜ਼ਿਆਦਾ ਨੇ, ਜਿੱਥੇ ਸਾਡੇ ਜਿਵੇਂ ਹੁਣ ਟੀ ਅਤੇ ਕਾਫੀ ਆ ਉਹ ਹਿਲੀ ਸਲੋਪ ਦੇ ਉੱਤੇ ਹੁੰਦੇ, ਯਾਨੀ ਕਿ ਪਹਾੜੀ ਏਰੀਆ ਦੇ ਵਿੱਚ ਹੁੰਦੀ ਆ, ਅਤੇ ਕੋਕੋਨਟ ਇਹ ਕੋਸਟਲ ਏਰੀਆ ਦੇ ਵਿੱਚ ਗਰੋਨ ਹੁੰਦੀ ਆ। ਤਾਂ ਇਹ ਤੋਂ ਪਤਾ ਲੱਗਦਾ ਵੀ ਡਿਫਰੈਂਟ ਏਰੀਆ ਦੇ ਵਿੱਚ ਡਿਫਰੈਂਟ ਤਰ੍ਹਾਂ ਦੀ ਖੇਤੀ ਹੋ ਜਾਂਦੀ ਆ। ਇੰਡੀਆ ਜਿਹੜਾ ਵਾ ਫਸਟ ਰੈਂਕ ਦੇ ਵਿੱਚ ਆ ਪ੍ਰੋਡਕਸ਼ਨ ਆਫ ਬਨਾਨਾ, ਮੈਂਗੋਜ਼, ਕੋਕੋਨਟ, ਕੈਸ਼ਨਟਸ, ਅਤੇ ਇੰਡੀਆ ਜਿਹੜਾ ਵਾ ਲਾਰਜੈਸਟ ਪ੍ਰੋਡਿਊਸਰ ਆ ਔਰੇਂਜ ਅਤੇ ਐਪਲ, ਪੋਟੈਟੋ, ਟਮੈਟੋ, ਔਨੀਅਨ ਅਤੇ ਪਾਈਨਟਸ ਦਾ। ਉਸ ਤੋਂ ਬਾਅਦ ਜਿਹੜਾ ਐਕਸਪੋਰਟ ਆ ਉਹ ਸਾਡਾ ਇਹਨਾਂ ਫਸਲਾਂ ਤੋਂ ਅਸੀਂ 25% ਜਿਹੜਾ ਟੋਟਲ ਐਕਸਪੋਰਟ ਆ ਇੰਡੀਆ ਦਾ ਉਹ ਇਹਨਾਂ ਚੀਜ਼ਾਂ ਉੱਤੇ ਡਿਪੈਂਡ ਕਰਦਾ। ਫੋਲੀਕਲਚਰ ਜਿਹੜੀ ਆ ਉਹ ਵੀ ਬਹੁਤ ਜ਼ਿਆਦਾ ਇਨਕਰੀਜ਼ ਕਰ ਰਹੀ ਹੈ, ਡਿਮਾਂਡ ਦੇ ਵਿੱਚ ਫੋਰਨ ਦੇ ਵਿੱਚ ਬਹੁਤ ਜ਼ਿਆਦਾ ਹੋ ਰਹੀ ਹੈ। 200 ਯੂਨਿਟਸ ਜਿਹੜੀਆਂ ਨੇ ਉਹ ਸਿਲੈਕਟਡ ਕੀਤੀਆਂ ਗਈਆਂ ਨੇ, ਜਿਹਦੇ ਵਿੱਚ ਐਕਸਪੋਰਟ ਕੀਤੀ ਜਾਂਦੀ ਹੈ ਕਿਹਦੀ, ਫਲਾਵਰਸ ਦੀ। ਜੰਮੂ ਐਂਡ ਕਸ਼ਮੀਰ, ਹਿਮਾਚਲ ਪ੍ਰਦੇਸ਼ ਇਹ ਸਟੇਟਸ ਜਿਹੜੀਆਂ ਨੇ ਉਹ ਲੀਡ ਕਰ ਰਹੀਆਂ ਨੇ। ਐਪਲ, ਮਹਾਰਾਸ਼ਟਰ ਜਿਹੜਾ ਵਾ ਉੱਥੇ ਔਰੇਂਜ ਅਤੇ ਬਨਾਨਾ। ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਜਿਹੜੀ ਪ੍ਰੋਡਕਸ਼ਨ ਆ ਉਹ ਮੈਂਗੋ, ਅਤੇ ਕੇਰਲਾ ਜਿਹੜਾ ਵਾ ਉਹ ਕੈਸ਼ਨਟਸ ਦੇ ਲਈ ਮਸ਼ਹੂਰ ਆ। ਤਾਂ ਇਹ ਜਿਹੜੀਆਂ ਪ੍ਰੋਡਕਸ਼ਨ ਫਰੂਟਸ ਅਤੇ ਵੈਜੀਟੇਬਲਸ ਦੀਆਂ ਨੇ ਉਹ ਰੈਪਿਡਲੀ ਇਨਕਰੀਜ਼ ਹੋ ਰਹੀਆਂ ਨੇ। ਪੰਜਾਬ ਦੇ ਵਿੱਚ ਵੀ 2000 ਅਤੇ 2001 ਦੇ ਵਿੱਚ ਜਿਹੜੀ 8 ਲੱਖ ਟਨ ਦੀ ਜਿਹੜੀ ਪ੍ਰੋਡਕਸ਼ਨ ਕੀਤੀ ਗਈ। ਹੁਸ਼ਿਆਰਪੁਰ, ਫਿਰੋਜ਼ਪੁਰ, ਅੰਮ੍ਰਿਤਸਰ, ਫਰੀਦਕੋਟ ਇਹ ਲੀਡਿੰਗ ਡਿਸਟ੍ਰਿਕਟ ਨੇ ਜਿੱਥੇ ਜ਼ਿਆਦਾਤਰ ਖੇਤੀ ਕੀਤੀ ਜਾਂਦੀ ਹੈ। 26.6 thousand hectare land is under to the ਕਿਨੂ ਲੈਂਡ ਐਂਡ ਔਰੇਂਜ ਪਲਾਂਟੇਸ਼ਨ। ਇਹਦੇ ਵਿੱਚ ਜ਼ਿਆਦਾਤਰ ਜਿਹੜੇ ਇੰਡੀਆ ਦੇ ਵਿੱਚ ਕੁਝ ਕੁ ਏਰੀਆ ਇਹੋ ਜਿਹੇ ਰੱਖੇ ਗਏ ਨੇ ਜਿਨ੍ਹਾਂ ਦੇ ਵਿੱਚ ਖੇਤੀ ਜਿਹੜੀ ਉਹ ਕੀਤੀ ਜਾ ਰਹੀ ਹੈ, ਅਤੇ ਔਰੇਂਜ ਅਤੇ ਹੋਰ ਚੀਜ਼ਾਂ ਦੀ ਜਿਹੜੀ ਪਲਾਂਟੇਸ਼ਨ ਆ ਉਹ ਵੀ ਕੀਤੀ ਜਾ ਰਹੀ ਹੈ। ਅਤੇ ਇਹ ਦਿਖਾਇਆ ਗਿਆ ਹਾਰਟੀਕਲਚਰ ਇਨ ਇੰਡੀਆ। ਆਈ ਹੋਪ ਤੁਹਾਨੂੰ ਜਿਹੜਾ ਸੈਸ਼ਨ ਉਹ ਪਸੰਦ ਆਇਆ ਹੋਊ। ਇਹਦੇ ਵਿੱਚ ਅੱਜ ਅਸੀਂ ਲੌਂਗ ਕੁਐਸਚਨ ਆਨਸਰ ਕੰਪਲੀਟ ਕੀਤੇ, ਅਤੇ ਤੁਹਾਡੇ ਤੋਂ ਇੰਸਪੀਰੇਸ਼ਨ ਲੈ ਕੇ ਮੈਂ ਲੈਕਚਰ ਪ੍ਰਪੇਅਰ ਕਰਦਾ ਹਾਂ। ਥੈਂਕ ਯੂ ਸੋ ਮਚ ਜਿਹੜੇ ਸਟੂਡੈਂਟਸ ਵੀ ਮੈਨੂੰ ਸਪੋਰਟ ਕਰਦੇ ਆ, ਅਤੇ ਜਿਹੜੇ ਨਹੀਂ ਵੀ ਕਰਦੇ ਉਹਨਾਂ ਲਈ ਵੀ ਥੈਂਕਸ ਆ, ਕਿਉਂਕਿ ਸਭ ਜਿਹੜੇ ਪਰਸਨ ਨੇ ਉਹ ਰੋਲ ਪਲੇ ਕਰਦੇ ਆ ਹਰ ਇੱਕ ਚੀਜ਼ ਦੇ ਲਈ। ਮੈਂ ਆਪਣਾ ਰੋਲ ਪਲੇ ਕਰਦਾ, ਤੁਸੀਂ ਆਪਣਾ। ਅਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਇਹਨੂੰ ਜ਼ਰੂਰ ਲਾਈਕ ਕਰੋ, ਸ਼ੇਅਰ ਕਰੋ, ਅਤੇ ਵੱਧ ਤੋਂ ਵੱਧ ਮੇਰੇ ਚੈਨਲ ਨਾਲ ਜੁੜੋ। ਜਸਟ ਡੂ ਇਟ ਫॉर ਅ ਬ੍ਰਾਈਟ ਫਿਊਚਰ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ।